ਤੁਹਾਡਾ ਆਈਡਲ ਕੌਣ ਆ ਸਿਆਸਤ 'ਚ, ਕਿਹਨੂੰ ਰੋਲ ਮਾਡਲ ਮੰਨਦੇ ਹੋ? ਮੈਂ ਮੋਇਨਾ ਮਿੱਤਰਾ ਜੀ ਨੂੰ ਆਈਡਲ ਮੰਨਦੀ ਹਾਂ। ਉਹਨਾਂ ਤਾਂ ਆਪਣੀ ਪਾਰਟੀ ਦੇ ਸੁਪਰੀਮੋ ਨਾਲ ਹੀ ਪਿਛਲੇ ਦਿਨੀ ਹੈ ਨਾ ਤੂੰ ਮੈਂ ਥੋੜੀ ਹੋ ਗਈ ਸੀਗੀ ਬਿਲਕੁਲ। ਲੱਖੇ ਲਈ ਪ੍ਰਚਾਰ ਕਰ ਰਹੇ ਹੋ, ਆਪਣੇ ਲਈ ਨਹੀਂ ਖਿਆਲ ਹੈ ਕਿ ਇਸ ਵਾਰ ਐਮਐਲਏ ਵੀ ਲੜਿਆ ਜਾਵੇ? ਹਲੇ ਮੈਂ ਦੇਖਣਾ ਚਾਹੁੰਦੀ ਸੀ ਕਿ ਕਿਸ ਤਰ੍ਹਾਂ ਆਪਣੀ ਰਾਜਨੀਤੀ ਹੈ ਔਰ ਕਿਸ ਤਰ੍ਹਾਂ ਇੱਕ ਵੱਡੇ ਲੈਵਲ ਤੇ ਕੰਮ ਕੀਤਾ ਜਾਂਦਾ ਹੈ। ਲੱਖੇ ਸਿਧਾਣੇ ਲਈ ਪ੍ਰਚਾਰ ਕਰ ਰਹੇ ਹੋ ਤੇ ਜਦੋਂ ਜਾ ਰਹੇ ਹੋ ਵੋਟਰ ਕੀ ਕਹਿੰਦੇ ਨੇ, ਕੀ ਕਹਿ ਕੇ ਲੋਕ ਤੁਹਾਡੇ ਹੰਗਾਰਾ ਭਰਦੇ ਨੇ? ਕਿ ਲੋਕ ਜਾਗੇ ਹੋਏ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਆਪਾਂ ਪਹਿਲਾਂ ਵਾਂਗ ਲਾਰਿਆਂ ਦੇ ਵਿੱਚ ਨਹੀਂ ਆਉਣਾ ਹੈਗਾ ਔਰ ਇੱਕ ਵਧੀਆ ਸੋਚ ਨੂੰ ਅੱਗੇ ਲੈ ਕੇ ਜਾਣਾ। ਜੋ ਲੱਖੇ ਬਾਰੇ ਕਿ ਵੀ ਪ੍ਰਚਾਰ ਦੇ ਨੇ ਉਹਨੇ ਵਿਰੋਧੀ ਕਿ ਕੱਲਾ ਲੱਖਾ ਜਿੱਤ ਜੂ ਤਾਂ ਕੀ ਕਰ ਲੂ? ਪੰਜਾਬ ਦੇ ਵਿੱਚ ਕੀ ਹੈ ਕਿ ਚਿਹਰਿਆਂ ਦੀ ਰਾਜਨੀਤੀ ਹੋਈ ਜਾ ਰਹੀ ਹੈ ਤੇ ਹੁਣ ਤੱਕ ਕੁਝ ਨਹੀਂ ਹੋਇਆ। ਲੱਖੇ ਦੇ ਨਾ ਪਾਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਬਹੁਤ ਟਾਰਗੇਟ ਕਰ ਰਹੀਆਂ ਨੇ, ਤਾਂ ਉਹਨੂੰ ਲੈ ਕੇ ਫਿਰ ਤੁਸੀਂ ਕੀ ਕਹਿੰਦੇ ਹੋ? ਕਿਉਂਕਿ ਲੋਕ ਤੁਹਾਨੂੰ ਸਵਾਲ ਨਹੀਂ ਕਰਦੇ ਉਸ ਚੀਜ਼ ਨੂੰ ਲੈ ਕੇ। ਲੱਖੇ ਵੀਰ ਦੀ ਜੋ ਜ਼ਿੰਦਗੀ ਹੈ ਉਸ ਤੋਂ ਸੇਧ ਲੈ ਸਕਦੇ ਹਾਂ ਕਿ ਉਧਰ ਨੂੰ ਨਾ ਜਾ ਕੇ ਸਾਨੂੰ ਸਹੀ ਰਸਤਾ ਜਿਹੜਾ ਅਪਣਾਉਣਾ ਚਾਹੀਦਾ ਹੈ। ਸਿਆਸਤ 'ਚ ਬਹੁਤ ਸਾਰੇ ਲੋਕ ਇਸ ਨੂੰ ਆਪਣੀ ਜੱਦੀ ਪੁਸ਼ਤੈਨੀ ਜ਼ਮੀਰ ਸਮਝਦੇ ਨੇ। ਭਾਈ ਭਤੀਜਾਵਾਦ ਦੀ ਸਿਆਸਤ ਵੀ ਚੱਲਦੀ ਆ, ਪਰ ਉਹਨਾਂ ਪੁਰਾਣੇ ਲੋਕਾਂ ਦੇ ਇਹ ਵਹਿਮ ਕੱਢ ਰਿਹਾ ਯੂਥ, ਖਾਸ ਕਰ ਪੰਜਾਬ ਦਾ ਯੂਥ। ਪੰਜਾਬ ਦੇ ਵਿੱਚ ਪਿਛਲੀ ਵਾਰ ਸਰਪੰਚ ਦੀਆਂ ਚੋਣਾਂ ਵਿੱਚ ਬਹੁਤ ਸਾਰੇ ਯੂਥ ਬਹੁਤ ਸਾਰਾ ਅੱਗੇ ਆਇਆ, ਜਿਨ੍ਹਾਂ ਦੇ ਵਿੱਚੋਂ ਕੁੜੀਆਂ ਸਨ। ਇੱਕ ਉਹਨਾਂ 'ਚੋਂ ਸਨ ਸੈਸ਼ਨਦੀਪ ਕੌਰ ਸਾਡੇ ਨਾਲ ਨੇ। ਅੱਜ ਗੱਲਬਾਤ ਕਰਾਂਗੇ। ਹਲਕਾ ਮੌੜ ਦੇ ਵਿੱਚ ਲੱਖੇ ਸਿਧਾਣੇ ਲਈ ਚੋਣ ਪ੍ਰਚਾਰ ਵੀ ਕਰ ਰਹੇ ਨੇ, ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਔਰ ਅੱਖਰ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੈਸ਼ਨ ਸਰਪੰਚੀ ਕੀਤੀ, ਕੰਮ ਕੀਤਾ, ਕਿ ਹੁਣ ਐਮਐਲਏ ਲਈ ਆਪ ਨਹੀਂ ਖਿਆਲ ਹੈ? ਲੱਖੇ ਲਈ ਪ੍ਰਚਾਰ ਕਰ ਰਹੇ ਹੋ, ਆਪਣੇ ਲਈ ਨਹੀਂ ਖਿਆਲ ਹੈ ਕਿ ਇਸ ਵਾਰ ਐਮਐਲਏ ਵੀ ਲੜਿਆ ਜਾਵੇ? ਸਰ ਇੱਦਾਂ ਸੀ ਕਿ ਹਲੇ ਮੈਂ ਦੇਖਣਾ ਚਾਹੁੰਦੀ ਸੀ ਕਿ ਕਿਸ ਤਰ੍ਹਾਂ ਆਪਣੀ ਰਾਜਨੀਤੀ ਹੈ ਔਰ ਕਿਸ ਤਰ੍ਹਾਂ ਇੱਕ ਵੱਡੇ ਲੈਵਲ ਤੇ ਕੰਮ ਕੀਤਾ ਜਾਂਦਾ ਹੈ ਔਰ ਕਿਸ ਤਰ੍ਹਾਂ ਇੱਕ ਪ੍ਰੋਸੈਸ ਹੁੰਦਾ। ਸੋ ਇਸ ਵਾਰੀ ਅਸੀਂ ਲੱਖੇ ਵੀਰ ਦੀ ਸੋਚ ਨੂੰ ਹੈ ਜੋ ਸਪੋਰਟ ਕਰ ਰਹੇ ਹਾਂਗੇ ਤੇ ਮੈਂ ਸਾਰੇ ਹੀ ਮੌੜ ਹਲਕੇ ਦੇ ਲੋਕਾਂ ਨੂੰ ਇਹੀ ਅਪੀਲ ਕਰੂੰਗੀ ਕਿ ਇਸ ਵਾਰ ਆਪਾਂ ਜਿਹੜੀ ਵੋਟ ਹੈ ਉਹ ਨੋਟ ਜਾਂ ਸ਼ਰਾਬ ਦੀ ਬੋਤਲ ਦੇਖ ਕੇ ਨਹੀਂ ਪਾਉਣੀ, ਬਲਕਿ ਇੱਕ ਸੋਚ ਨੂੰ ਪਾਉਣੀ ਹੈ ਜੀ। ਅੱਛਾ, ਲੱਖੇ ਸਿਧਾਣੇ ਲਈ ਪ੍ਰਚਾਰ ਕਰ ਰਹੇ ਹੋ ਤੇ ਜਦੋਂ ਜਾ ਰਹੇ ਹੋ ਵੋਟਰ ਕੀ ਕਹਿੰਦੇ ਨੇ, ਕੀ ਕਹਿ ਕੇ ਲੋਕ ਤੁਹਾਡੇ ਹੰਗਾਰਾ ਭਰਦੇ ਨੇ? ਤੁਹਾਨੂੰ ਵੋਟਰ ਪਹਿਲਾਂ ਹੀ ਕਹਿੰਦੇ ਅਸੀਂ ਤੁਹਾਡੇ ਨਾਲ ਹਾਂ ਜੀ ਇਸ ਵਾਰ, ਕਿਉਂਕਿ ਲੋਕ ਜਾਗੇ ਹੋਏ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਆਪਾਂ ਪਹਿਲਾਂ ਵਾਂਗ ਲਾਰਿਆਂ ਦੇ ਵਿੱਚ ਨਹੀਂ ਆਉਣਾ ਹੈਗਾ ਔਰ ਇੱਕ ਵਧੀਆ ਸੋਚ ਨੂੰ ਅੱਗੇ ਲੈ ਕੇ ਜਾਣਾ। ਜੋ ਪੰਜਾਬ ਦੀ ਗੱਲ ਕਰਦੇ ਨੇ, ਪੰਜਾਬੀਅਤ ਦੀ ਗੱਲ ਕਰਦੇ ਨੇ ਔਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ, ਠੀਕ ਹੈ। ਆਪਾਂ ਉਹ ਚਾਹੇ ਮੁੱਦੇ ਦੇਖ ਲਓ, ਅਸਲੀ ਮੁੱਦੇ ਪੰਜਾਬ ਦੇ, ਜਿਵੇਂ ਕਿ ਸਾਡੀ ਸਿੱਖਿਆ ਹੁੰਦੀ ਹੈ ਜਾਂ ਫਿਰ ਹਸਪਤਾਲਾਂ ਦੀ ਗੱਲ ਹੈ ਜਾਂ ਸਾਡੇ ਪਾਣੀ ਡੂੰਘੇ ਹੋ ਰਿਹਾ, ਸਾਡੀ ਕਿਸਾਨੀ ਹੈ ਜਿਹੜੀ ਉਹ ਹੋਰ ਨੀਚੇ ਜਾ ਰਹੀ ਹੈ। ਤੇ ਇਹਨਾਂ ਮੁੱਦਿਆਂ ਤੇ ਜੋ ਗੱਲ ਉਠਾਉਂਦਾ ਹੈ ਜਾਂ ਵਿਧਾਨ ਸਭਾ ਦੇ ਵਿੱਚ ਜਾ ਕੇ ਜੋ ਗੱਲ ਕਰਨਗੇ, ਤਾਂ ਇਸ ਕਰਕੇ ਸਾਨੂੰ ਇਸ ਸੋਚ ਨੂੰ ਹੈ ਜੋ ਅੱਗੇ ਲੈ ਕੇ ਆਉਣਾ ਜੀ। ਅੱਛਾ, ਤੁਸੀਂ ਕਿਹਾ ਕਿ ਮੈਂ ਫਰਕ ਦੇਖਣਾ ਚਾਹੁੰਦੀ ਹਾਂ ਪਿੰਡਾਂ ਜਾ ਕੇ, ਹੈ ਨਾ, ਸਰਪੰਚੀ ਦੀ ਸਿਆਸਤ ਤੇ ਐਮਐਲਏ ਦੀ ਜਿਹੜੀ ਚੋਣ ਹੁੰਦੀ ਹੈ ਉਹਦੇ ਵਿੱਚ, ਤਾਂ ਤੁਸੀਂ ਕੀ ਓਬਜ਼ਰਵ ਕੀਤਾ ਹੁਣ ਤੱਕ? ਲੋਕ ਕੀ ਚਾਹੁੰਦੇ ਹੈਗੇ ਜਾਂ ਤੁਹਾਨੂੰ ਲੋਕਾਂ ਦਾ ਕੀ ਹੰਗਾਰਾ ਜਦੋਂ ਤੁਸੀਂ ਜਾਂਦੇ ਹੋ? ਲੋਕ ਇਹੀ ਕਹਿੰਦੇ ਜੀ ਅਸੀਂ ਅੱਕੇ ਹੋਏ ਹਾਂ, ਪਿਛਲੇ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਹਾਂ, ਇਸ ਵਾਰੀ ਬਦਲਾਵ ਚਾਹੁੰਦੇ ਹਾਂ। ਪਿਛਲੀ ਵਾਰੀ ਅਸੀਂ ਬਦਲਾਵ ਲੈ ਕੇ ਆਏ ਸੀ ਮੌੜ ਹਲਕੇ ਦੇ ਵਿੱਚ, ਪਰ ਉਹ ਉਮੀਦਵਾਰ ਜੋ ਜਿੱਤ ਕੇ ਘਰੇ ਬੈਠ ਗਏ, ਸਾਡੇ ਕੋਲ ਨਹੀਂ ਪਹੁੰਚੇ ਜਾਂ ਲੋਕਾਂ ਦੀ ਗੱਲਾਂ ਬਾਤਾਂ ਨਹੀਂ ਸੁਣੀਆਂ, ਲੋਕਾਂ ਦੀਆਂ ਤਕਲੀਫਾਂ ਨਹੀਂ ਸੁਣੀਆਂ। ਤਾਂ ਅਸੀਂ ਇਹੋ ਜਿਹੇ ਉਮੀਦਵਾਰ ਨੂੰ ਹੁਣ ਦੁਬਾਰਾ ਨਹੀਂ ਲੈ ਕੇ ਆਉਣਾ ਚਾਹੁੰਦੇ, ਬਲਕਿ ਇਹੋ ਜਿਹੇ ਉਮੀਦਵਾਰ ਨੂੰ ਲੈ ਕੇ ਆਉਣੇ ਜੋ ਪਹਿਲਾਂ ਤੋਂ ਸਾਡੇ ਨਾਲ ਮੋਢਾ ਲਾ ਕੇ ਖੜੇ ਨੇ ਜੀ। ਅੱਛਾ, ਲੱਖੇ ਬਾਰੇ ਕਿ ਵੀ ਪ੍ਰਚਾਰ ਦੇ ਨੇ ਉਹਨੇ ਵਿਰੋਧੀ ਕਿ ਕੱਲਾ ਲੱਖਾ ਜਿੱਤ ਜੂ ਤਾਂ ਕੀ ਕਰ ਲੂ? ਦੇਖੋ ਇਹ ਤਾਂ ਕੁਝ ਵੀ ਨਹੀਂ ਪਤਾ ਨਾ ਸਰਕਾਰ ਕਿਸ ਦੀ ਆਊਗੀ ਕਿਸ ਦੀ ਨਹੀਂ, ਪਰ ਸਾਨੂੰ ਇੰਨਾ ਕੁ ਭਰੋਸਾ ਹੋਣਾ ਚਾਹੀਦਾ ਕਿ ਜਿਹੜੇ ਉਮੀਦਵਾਰ ਨੂੰ ਅਸੀਂ ਵੋਟਾਂ ਪਾਉਣ ਵਾਲੇ ਹਾਂ ਉਹ ਸਾਡੇ ਨਾਲ ਪਹਿਲਾਂ ਤੋਂ ਖੜੇ ਨੇ ਤੇ ਕੱਲ ਨੂੰ ਕੁਝ ਵੀ ਹੁੰਦਾ, ਕਿਤੇ ਧੱਕਾ ਹੋ ਰਿਹਾ ਜਾਂ ਕਿਤੇ ਗਲਤ ਹੋ ਰਿਹਾ, ਉਹ ਸਾਡੇ ਨਾਲ ਖੜਨਗੇ। ਧਰਨਾ ਹੋਊਗਾ ਜਾਂ ਕਿਤੇ ਵੀ ਹੋਊਗਾ ਤਾਂ ਇੱਕ ਆਪੋਜੀਸ਼ਨ ਦੀ ਉਹ ਜੋ ਭੂਮਿਕਾ ਪੂਰੀ ਨਿਭਾਉਣਗੇ। ਅੱਛਾ, ਤੁਹਾਨੂੰ ਕੀ ਲੱਗਦਾ ਹੁਣ ਤੱਕ ਹਲਕਾ ਮੌੜ ਦੇ ਵਿੱਚ ਕੀ ਉਮੀਦਾਂ ਨੇ? ਜੋ ਪਿਛਲੇ ਸਾਰੇ ਜਿੰਨੇ ਵੀ ਹੁਣ ਤੱਕ ਐਮਐਲਏ ਬਣੇ ਉਹ ਮੌੜ ਦੇ ਲਈ ਕੀ ਨਹੀਂ ਕਰ ਸਕੇ ਜੋ ਤੁਹਾਨੂੰ ਲੱਗਦਾ ਹੋਣਾ ਚਾਹੀਦਾ ਜਾਂ ਲੱਖਾ ਕਰੇਗਾ?
ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹ ਕਿਉਂਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਤਾਂ ਜਿਹੜੇ ਪੰਜਾਬ ਦੇ ਅਸਲੀ ਮੁੱਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਕੀ ਹੈ ਕਿ ਚਿਹਰਿਆਂ ਦੀ ਰਾਜਨੀਤੀ ਹੋਈ ਜਾ ਰਹੀ ਹੈ ਤੇ ਹੁਣ ਤੱਕ ਕੁਝ ਨਹੀਂ ਹੋਇਆ। ਉਹ ਇਹੀ ਹੈ ਕਿ ਸਿੱਖਿਆ ਦੇ ਉੱਪਰ ਨਹੀਂ ਹੋਇਆ। ਅਸੀਂ ਪਿੱਛੇ ਜੇ ਆਪਣੇ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਈ ਤਾਂ ਸਾਡੇ ਉਦੋਂ ਏਡੀਸੀ ਸੀਗੇ IAS ਪਰਮਵੀਰ ਸਿੰਘ, ਤਾਂ ਉਹਨਾਂ ਨੇ ਵੀ ਸੰਕਲਪ ਲੈ ਲਿਆ ਸੀ ਕਿ ਆਪਾਂ ਪਿੰਡਾਂ ਦੇ ਵਿੱਚ ਲਾਇਬ੍ਰੇਰੀ ਬਣਾਉਣੀ ਹੈ। ਪਰ ਉਦੋਂ ਪੋਲੀਟੀਕਲ ਲੀਡਰ ਕਹਿੰਦੇ ਕਿ ਕਿਉਂ ਲਾਇਬ੍ਰੇਰੀਆਂ ਦਾ ਕੀ ਹੈ। ਈਵਨ ਚੰਡੀਗੜ੍ਹ ਤੱਕ ਗੱਲ ਹੋਈ ਕਿ ਲਾਇਬ੍ਰੇਰੀਆਂ ਦਾ ਕੀ ਬਠਿੰਡੇ ਜ਼ਿਲ੍ਹੇ 'ਚ ਰੌਲਾ ਪਿਆ ਹੋਇਆ, ਤਾਂ ਉਹ ਪਿੱਛੇ ਰਹਿ ਗਿਆ ਪ੍ਰੋਜੈਕਟ, ਉਹਨਾਂ ਦਾ ਸੁਪਨਾ ਨਹੀਂ ਪੂਰਾ ਹੋ ਸਕਿਆ। ਲੇਕਿਨ ਅਸੀਂ ਮੌੜ ਵਾਸੀ ਉਹਨਾਂ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਾਂ ਕਿਉਂਕਿ ਪੰਜਾਬ ਦਾ ਸੁਪਨਾ ਹੈ, ਲਾਇਬ੍ਰੇਰੀਆਂ ਪਿੰਡਾਂ ਦੇ ਵਿੱਚ ਬਣਾਉਣਾ ਚਾਹੁੰਦੇ ਹਾਂ। ਔਰ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੂੰਗੀ ਕਿ ਸਾਡੇ ਜੋ ਲਾਇਬ੍ਰੇਰੀ ਐਕਟ ਨਹੀਂ ਹੈਗਾ ਅਸੀਂ ਉਹ ਲੈ ਕੇ ਆਉਣਾ ਚਾਹੁੰਦੇ ਹਾਂ। ਅੱਛਾ ਸੈਸ਼ਨ, ਤੁਹਾਡੀ ਗੱਲ ਕਰਾਂ, ਜਦੋਂ ਤੁਸੀਂ ਸਰਪੰਚੀ ਲੜੀ ਤੁਹਾਡੀ ਉਮਰ ਕਿੰਨੀ ਸੀ? ਮੈਂ 22 ਸਾਲ ਦੀ ਸੀ ਜਦੋਂ। ਅੱਛਾ 22 ਸਾਲ ਦੀ ਉਮਰ ਦੇ ਵਿੱਚ ਇਹ ਆਈਡੀਆ ਕੀ ਸੀ ਤੁਹਾਡਾ ਆਪਣਾ, ਜਾਂ ਪਰਿਵਾਰ ਨੇ ਕਿਹਾ ਸੀ ਕਿ ਆ ਭਾਈ ਅੱਗੇ ਆਓ ਤੇ ਚੋਣ ਲੜੋ? ਨਹੀਂ, ਉਦੋਂ ਕੀ ਸੀ ਨਾ ਕਿ ਅਚਾਨਕ ਹੀ ਇਹ ਆਈਡੀਆ ਆ ਗਿਆ ਸੀਗਾ, ਲਾਸਟ ਡੇ ਸੀ ਇਲੈਕਸ਼ਨਸ ਦਾ, ਕਿ ਇਸ ਵਾਰੀ ਆਪਾਂ ਸੈਸ਼ਨ ਨੂੰ ਖੜਾ ਕਰਦੇ ਹਾਂ ਇਲੈਕਸ਼ਨਸ ਦੇ ਵਿੱਚ ਤੇ ਦੇਖਦੇ ਹਾਂ ਕੀ ਹੁੰਦਾ। ਤੇ ਮੇਰੇ ਪਿੰਡ ਵਾਲਿਆਂ ਨੇ ਸੱਚਮੁੱਚ ਬਹੁਤ ਸਹਿਯੋਗ ਦਿੱਤਾ, ਹੁਣ ਵੀ ਸਹਿਯੋਗ ਦਿੰਦੇ ਨੇ ਤੇ ਅੱਗੇ ਵੀ ਹਮੇਸ਼ਾ ਹੀ ਕਹਿੰਦੇ ਨੇ ਕਿ ਅਸੀਂ ਤੇਰੇ ਨਾਲ ਹਾਂ ਕਿਉਂਕਿ ਤੁਸੀਂ ਇੱਕ ਵਧੀਆ ਸੋਚ ਦੇ ਉੱਪਰ ਕੰਮ ਕਰ ਰਹੇ ਹੋ ਇਸ ਲਈ। ਤੇ ਤੁਹਾਡੇ ਪਿੰਡ 'ਚ ਤੁਸੀਂ ਸੁਪਨੇ ਲੈ ਕੇ ਚੱਲੇ ਸੀ ਹੈ ਨਾ, ਲਗਭਗ 3.5 ਸਾਲ ਦਾ ਵਕਫਾ ਹੋ ਗਿਆ, ਉਹ ਤੁਸੀਂ ਆਪਣੇ ਕਿੰਨੇ ਕੁ ਸੁਪਨੇ ਜਿਹੜੇ ਸਾਕਾਰ ਆ ਪੂਰੇ ਕਰ ਲਏ ਪਿੰਡ ਦੇ ਲਈ? ਸਭ ਤੋਂ ਪਹਿਲਾਂ ਜਦੋਂ ਮੈਂ ਸਰਪੰਚ ਬਣੀ ਸੀ ਨਾ ਤਾਂ ਮੈਂ ਆਪਣੇ ਪਿੰਡ ਦਾ ਸਕੂਲ ਦੇਖਿਆ ਸੀ, ਪ੍ਰਾਇਮਰੀ ਸਕੂਲ। ਤਾਂ ਉਹਦੇ ਵਿੱਚ ਕੀ ਸੀ ਕਿ ਪਾਣੀ ਬਾਰਿਸ਼ ਆਈ ਪਹਿਲੇ ਸਾਲ ਦੇ ਵਿੱਚ ਜਦ ਦੇਖਿਆ ਉਹ ਸਾਰਾ ਭਰ ਗਿਆ ਤੇ ਮਾਪਿਆਂ ਨੇ ਆ ਕੇ ਸਕੂਲ ਦੇ ਵਿੱਚੋਂ ਪਾਣੀ ਕੱਢਿਆ। ਤੇ ਹੁਣ ਤੁਸੀਂ ਮੇਰੇ ਪਿੰਡ ਜਾ ਕੇ ਸਕੂਲ ਦੀ ਬਿਲਡਿੰਗ ਦੇਖ ਸਕਦੇ ਹੋ, ਉਹ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੀ ਹੈ, ਮੈਂ ਦਾਅਵੇ ਨਾਲ ਕਹਿ ਸਕਦੀ ਹਾਂ। ਉਸ ਤੋਂ ਚੀਜ਼ ਮੈਂ ਆਪਣੇ ਪਿੰਡ ਦੇ ਵਿੱਚ ਸਿੱਖਿਆ ਦੇ ਪ੍ਰਤੀ ਇੱਕ ਸਕੂਲ, ਦੂਸਰੇ ਲਾਇਬ੍ਰੇਰੀ, ਤੇ ਲਾਇਬ੍ਰੇਰੀ 'ਚ ਬਹੁਤ ਸਾਰੀਆਂ ਕਿਤਾਬਾਂ ਆ ਚੁੱਕੀਆਂ, ਨਾਲ ਦੇ ਪਿੰਡਾਂ ਤੋਂ ਬੱਚੇ ਪੜ੍ਹਦੇ ਨੇ, ਕਿਤਾਬਾਂ ਲੈ ਕੇ ਜਾਂਦੇ ਆ ਤੇ ਬਹੁਤ ਵਧੀਆ ਲੱਗਦਾ ਹੈ। ਹੋਰ ਵੀ ਜਿਹੜੇ ਮੁੱਦੇ ਜਿਵੇਂ ਪਾਣੀ ਦਾ ਆਪਣਾ ਹੈਗਾ, ਪਾਣੀ ਨੀਚੇ ਜਾ ਰਿਹਾ, ਮੈਂ ਉੱਤੇ ਕੰਮ ਕਰ ਰਹੀ ਹਾਂ। ਸਫਾਈ ਦੇ ਲਈ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਹੈਗਾ, ਉਸ 'ਤੇ ਕੰਮ ਕਰ ਰਹੀ ਹਾਂ। ਔਰ ਮੈਂ ਇੱਕ ਔਰਤਾਂ ਲਈ ਸੁਪਨਾ ਦੇਖਿਆ ਸੀ ਕਿ ਮੈਂ ਔਰਤਾਂ ਦਾ ਜੋ ਆਪਣੇ ਸਮਾਜ ਦੇ ਵਿੱਚ ਉਹਨਾਂ ਦੀ ਸਥਿਤੀ ਹੈ ਥੋੜ੍ਹੀ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂ। ਇਸ ਲਈ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਸ਼ਗੁਨ ਸਕੀਮ ਵੀ ਚਲਾਈ ਹੈ ਕਿ ਪਿੰਡ ਦੇ ਕੁਝ ਪਰਿਵਾਰ ਮਿਲ ਕੇ ਉਹਨਾਂ ਗਰੀਬ ਲੜਕੀਆਂ ਦੀ ਮਦਦ ਕਰਦੇ ਨੇ ਜੋ ਆਪਣਾ ਭਵਿੱਖ ਨਹੀਂ ਬਣਾ ਪਾਉਂਦੀਆਂ, ਕਿ ਜਦੋਂ ਉਹਨਾਂ ਦਾ ਜਨਮ ਹੁੰਦਾ ਅਸੀਂ ਇਕੱਠੇ ਹੋ ਕੇ ਉਹਨਾਂ ਨੂੰ 1100 ਰੁਪਇਆ ਤੇ ਵਿਆਹ ਵੇਲੇ 5100 ਇਕੱਠਾ ਕਰਕੇ ਦਿੰਦੇ ਆ। ਔਰ ਇੱਕ ਮੈਂ ਹੋਰ ਚੀਜ਼ ਆਪਣੇ ਪਿੰਡ ਦੇ ਵਿੱਚ ਔਰਤਾਂ ਲਈ ਕੀਤੀ ਸੀ ਕਿ ਨੇਮ ਪਲੇਟਸ ਨੇ ਜੋ ਉਹ ਔਰਤਾਂ ਦੇ ਨਾਮ ਦੀਆਂ ਲਵਾਈਆਂ ਸੀ, ਤਾਂ ਕਿ ਉਹਨਾਂ ਨੂੰ ਆਪਣੇ ਅਹਿਸਾਸ ਹੋਵੇ ਕਿ ਅਸੀਂ ਵੀ ਕੁਝ ਹਾਂ। ਘਰਾਂ ਦੇ ਬਾਹਰ ਜੋ ਨੇਮ ਪਲੇਟਸ? ਹਾਂਜੀ ਹਾਂਜੀ, ਸਾਰੇ ਪਿੰਡ ਦੇ ਵਿੱਚ ਤੁਸੀਂ ਦੇਖਿਓ ਘਰਾਂ ਦੇ ਬਾਹਰ ਜੋ ਨੇਮ ਪਲੇਟਸ ਨੇ ਉਹ ਔਰਤ ਦੇ ਨਾਮ ਦੀ ਲੱਗੀ ਹੋਈ ਹੈ, ਤਾਂ ਕਿ ਉਹ ਈਵਨ ਮੈਨੂੰ ਨਾ ਪਿੰਡ ਦੀਆਂ ਲੇਡੀਜ਼ ਵੀ ਕਹਿੰਦੀਆਂ, ਔਰਤਾਂ ਕਹਿੰਦੀਆਂ ਕਿ ਹੁਣ ਨਾ ਸਾਨੂੰ ਬੜਾ ਚਾਅ ਜਿਹਾ ਚੜ੍ਹ ਗਿਆ ਕਿ ਤੁਸੀਂ ਇਹ ਚੀਜ਼ ਕੀਤੀ ਤੇ ਹੁਣ ਐਂ ਲੱਗਦਾ ਅਸੀਂ ਵੀ ਰਹਿੰਦੇ ਆ ਇਸ ਘਰੇ। ਪਹਿਲਾਂ ਉਹਨਾਂ ਨੂੰ ਇਹ ਹੁੰਦਾ ਸੀ ਕਿਉਂਕਿ ਜਿਹੜਾ ਆ ਕੇ ਕਹਿੰਦਾ ਉਹ ਫਲਾਣਾ ਸਿੰਘ ਹੈਗਾ ਜਾਂ ਉਹ ਸਿੰਘ ਹੈਗਾ, ਤੇ ਲੇਕਿਨ ਹੁਣ ਉਹਨਾਂ ਨੂੰ ਆਪਣਾ ਵਜੂਦ ਦਾ ਅਹਿਸਾਸ ਹੋਇਆ। ਸੋ ਇਹੋ ਜਿਹੀ ਮੇਰੀ ਸੋਚ ਹੈ। ਜੀ। ਅੱਛਾ, ਤੇ ਮੈਂ ਫਿਰ ਲੱਖੇ ਦੀ ਗੱਲ ਕਰਦਾ। ਲੱਖੇ ਦੇ ਨਾ ਪਾਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਬਹੁਤ ਟਾਰਗੇਟ ਕਰ ਰਹੀਆਂ ਨੇ, ਤਾਂ ਉਹਨੂੰ ਲੈ ਕੇ ਫਿਰ ਤੁਸੀਂ ਕੀ ਕਹਿੰਦੇ ਹੋ? ਕਿਉਂਕਿ ਲੋਕ ਤੁਹਾਨੂੰ ਸਵਾਲ ਨਹੀਂ ਕਰਦੇ ਉਸ ਚੀਜ਼ ਨੂੰ ਲੈ ਕੇ? ਬਿਲਕੁਲ, ਕੱਲ੍ਹ ਵੀ ਇੱਕ ਇੰਟਰਵਿਊ ਹੋਈ ਸੀ, ਉਸ ਦੇ ਵਿੱਚ ਮੈਨੂੰ ਸਵਾਲ ਕੀਤਾ ਗਿਆ ਸੀ ਕਿ ਉਹ ਪਹਿਲਾਂ ਗੈਂਗਸਟਰ ਰਹੇ ਨੇ। ਲੇਕਿਨ ਮੈਂ ਚਾਹੁੰਦੀ ਹਾਂ ਕਿ ਆਪਾਂ ਇਸ ਚੀਜ਼ 'ਚੋਂ ਵੀ ਇੱਕ ਪੋਜ਼ੀਟਿਵ ਜਿਹੜੀ ਹੈ ਸੇਧ ਲਈਏ, ਕਿਉਂਕਿ ਆਪਣੇ ਕੀ ਹੈ ਨਾ, ਜਦੋਂ ਨੌਜਵਾਨ ਹੁੰਦੇ ਨੇ, ਨੌਜਵਾਨੀ ਦੇ ਵਿੱਚ ਪੈਰ ਰੱਖਦੇ ਆ ਤਾਂ ਉਹਨਾਂ ਦੇ ਇੱਕ ਹੁੱਲੜਬਾਜੀ ਦੀ ਉਹ ਚੀਜ਼ ਭਾਵਨਾ ਆ ਜਾਂਦੀ ਹੈ, ਤਾਂ ਉਸ ਚੀਜ਼ ਵੱਲ ਨਾ ਜਾਣ। ਇਸ ਲਈ ਆਪਾਂ ਲੱਖੇ ਵੀਰ ਦੀ ਜੋ ਜ਼ਿੰਦਗੀ ਹੈ ਉਸ ਤੋਂ ਸੇਧ ਲੈ ਸਕਦੇ ਹਾਂ ਕਿ ਉਧਰ ਨੂੰ ਨਾ ਜਾ ਕੇ ਸਾਨੂੰ ਸਹੀ ਰਸਤਾ ਜਿਹੜਾ ਅਪਣਾਉਣਾ ਚਾਹੀਦਾ। ਜਿਵੇਂ ਕਿ ਵੀਰ ਆਪ ਦੀ ਇੰਟਰਵਿਊ ਦੇ ਵਿੱਚ ਖੁਦ ਹੀ ਕਹਿੰਦੇ ਮੈਂ ਉੱਥੇ ਸਿਰਫ ਗਵਾਇਆ ਹੀ ਗਵਾਇਆ, ਕੁਛ ਨਹੀਂ ਖੱਟਿਆ ਹੈਗਾ, ਔਰ ਉਧਰ ਸੱਚਮੁੱਚ ਕੁਛ ਨਹੀਂ ਹੈ। ਔਰ ਉਹ ਇਹ ਵੀ ਦੱਸਦੇ ਆ ਕਿ ਜੇਲ੍ਹ ਦੇ ਵਿੱਚ ਉਹਨਾਂ ਨੇ ਕਿਤਾਬਾਂ ਪੜ੍ਹੀਆਂ ਤੇ ਕਿਤਾਬਾਂ ਦੀ ਉਹਨਾਂ ਨੇ ਜ਼ਿੰਦਗੀ ਬਦਲ ਦਿੱਤੀ। ਤਾਂ ਇਹ ਨੌਜਵਾਨੀ ਹੈ ਜਿਹੜੀ ਉਹਦੇ ਲਈ ਬਹੁਤ ਵਧੀਆ ਸੇਧ ਹੈ। ਅੱਛਾ, ਜਿਸ ਤਰ੍ਹਾਂ ਤੁਸੀਂ ਆਪਣੇ ਪਿੰਡ ਦੀ ਗੱਲ ਕੀਤੀ ਸੀ ਕਿ ਸਕੂਲ ਉਹ ਇੱਕ ਅੱਜ ਦੇਖਣ ਯੋਗ ਹੈ ਨਾ, ਮੈਂ ਦੇਖਿਆ ਨਹੀਂ ਖੈਰ, ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਡੇ ਪਿੰਡ ਦਾ ਸਕੂਲ ਹੈ ਨਾ ਮਿਸਾਲ ਆ ਦੂਜੇ ਪਿੰਡਾਂ ਦੇ ਲਈ, ਤੇ ਇੱਕ ਨਾ ਆਮ ਆਦਮੀ ਪਾਰਟੀ ਦਿੱਲੀ ਮਾਡਲ ਦਾ ਦਾਅਵਾ ਕਰਦੀ ਆ ਕਿ ਅਸੀਂ ਜੋ ਦਿੱਲੀ ਸਕੂਲ ਬਣਾਏ ਪੰਜਾਬ ਸਰਕਾਰ ਉਹ ਨਹੀਂ ਕਰ ਸਕੀ। ਤੁਸੀਂ ਕਿਹਾ ਕਿ ਮੈਂ ਕੀਤਾ, ਤਾਂ ਫਿਰ ਇਹ ਆ ਨਾ ਕਿ ਸਰਕਾਰ ਇੱਕ ਪਾਸੇ ਸਰਪੰਚ ਦੀ ਨੀਅਤ ਹੋਵੇ ਤਾਂ ਕੁਝ ਵੀ ਹੋ ਸਕਦਾ। ਤੁਸੀਂ ਕਹਿੰਦੇ ਹੋ ਫਿਰ ਦਿੱਲੀ ਮਾਡਲ ਪਿੱਛੇ ਆ, ਅਸੀਂ ਆਪਣੇ ਆਧਾਰ ਤੇ ਕੰਮ
ਕਰ ਸਕਦੇ ਹਾਂ? ਬਿਲਕੁਲ ਅਸੀਂ ਕਰ ਸਕਦੇ ਹਾਂ ਜੀ। ਦੇਖੋ ਉਹ ਜਿਹੜੇ ਫੰਡਸ ਮੈਂ ਅਰੇਂਜ ਕੀਤੇ ਸੀ, ਅਸੀਂ ਨੈਸ਼ਨਲ ਅਵਾਰਡ ਜਿੱਤਿਆ ਸੀਗਾ ਪਿਛਲੇ ਸਾਲ, ਤੇ ਉਹ ਜਿਹੜਾ 15 ਲੱਖ ਰੁਪਏ ਆਇਆ ਸੀ ਉਹ ਮੈਂ ਸਾਰਾ ਸਕੂਲ ਤੇ ਲਾਇਆ, ਪਲੱਸ ਮੈਨੂੰ ਹੋਰ ਫੰਡਸ ਮਿਲੇ, ਫਿਰ ਅਸੀਂ ਇਕੱਠੇ ਕਰਕੇ ਅਸੀਂ ਜਿਹੜਾ ਸਕੂਲ ਲਗਾਇਆ। ਔਰ ਪਿੱਛੇ ਜੇ ਕੀ ਹੋਇਆ ਸੀ ਕਿ ਸਾਰੇ ਸਕੂਲਾਂ ਦੇ ਅੱਗੇ ਲਿਖਤਾ ਸੀ ਸਮਾਰਟ ਸਕੂਲ, ਪਰ ਉਹ ਅਸਲ ਦੇ ਵਿੱਚ ਸਮਾਰਟ ਨਹੀਂ ਹੈਗੇ, ਤੇ ਮੈਂ ਆਉਣ ਵਾਲੇ ਸਮੇਂ ਵਿੱਚ ਆਪਣੇ ਪਿੰਡ ਦੇ ਸਕੂਲ ਨੂੰ ਸੱਚਮੁੱਚ ਜੋ ਸਮਾਰਟ ਸਕੂਲ ਬਣਾਉਣਾ ਚਾਹੁੰਦੀ ਹਾਂ, ਤਾਂ ਕਿ ਉੱਥੇ ਪ੍ਰੋਪਰ ਆਨਲਾਈਨ ਜੇ ਕੱਲ੍ਹ ਨੂੰ ਫਿਰ ਇਹੋ ਜਿਹਾ ਕੋਈ ਵਕਤ ਆਉਂਦਾ ਕੋਵਿਡ ਦਾ, ਆਨਲਾਈਨ ਪੜ੍ਹਾਈ ਹੁੰਦੀ ਹੈ, ਤਾਂ ਉਹ ਜਿਹੜਾ ਸਿਸਟਮ ਹੈ ਸਾਰਾ ਉਹ ਸਸ਼ਕਤ ਹੋਵੇ। ਇਹ ਨਹੀਂ ਕਿ ਉੱਥੇ ਸਿਸਟਮ ਤਾਂ ਹੈ ਨਹੀਂ ਜੀ, ਉੱਪਰੋਂ ਸਰਕਾਰ ਜ਼ੋਰ ਪਾਈ ਜਾਵੇ ਕਿ ਤੁਸੀਂ ਆਨਲਾਈਨ ਪੜ੍ਹਾਈ ਕਰੋ। ਤੁਹਾਡਾ ਆਈਡਲ ਕੌਣ ਆ ਸਿਆਸਤ 'ਚ? ਕਿਹਨੂੰ ਰੋਲ ਮਾਡਲ ਮੰਨਦੇ ਹੋ? ਮੈਂ ਮੋਇਨਾ ਮਿੱਤਰਾ ਜੀ ਨੂੰ ਆਈਡਲ ਮੰਨਦੀ ਹਾਂ। ਮੈਂ ਉਹਨਾਂ ਦੀ ਕਾਫੀ ਸਪੀਚ ਵਗੈਰਾ ਵੀ ਸੁਣੀ ਹੈਗੀ, ਔਰ ਉਹ ਉੱਥੋਂ ਬੰਗਾਲ ਤੋਂ ਨੇ, ਤੇ ਕਾਫੀ ਵਧੀਆ ਬੋਲਦੇ ਨੇ ਔਰ ਕਾਫੀ ਵਧੀਆ ਐਸੇ ਵੀ ਬੋਲਦੇ ਨੇ ਬਹੁਤ। ਜੀ ਹਾਂਜੀ, ਬਹੁਤ ਵਧੀਆ ਮੁੱਦਿਆਂ ਤੇ ਆਵਾਜ਼ ਉਠਾਉਂਦੇ ਆ, ਤਾਂ ਮੈਂ ਉਹਨਾਂ ਨੂੰ ਆਈਡਲ ਮੰਨਦੀ ਹਾਂ। ਈਵਨ ਉਹਨਾਂ ਤਾਂ ਆਪਣੀ ਪਾਰਟੀ ਦੇ ਸੁਪਰੀਮੋ ਨਾਲ ਹੀ ਪਿਛਲੇ ਦਿਨੀ ਹੈ ਨਾ ਤੂੰ ਮੈਂ ਥੋੜੀ ਹੋ ਗਈ ਸੀਗੀ, ਬਿਲਕੁਲ। ਤੇ ਉਹੀ ਹੈ ਨਾ, ਉਹ ਆਪਣੇ ਜੋ ਵਿਊ ਪੁਆਇੰਟ ਹੈ ਉਸ ਨੂੰ ਪੂਰਾ ਸਟਰੋਂਗਲੀ ਰੱਖਦੇ ਆ, ਇਸ ਕਰਕੇ ਮੈਂ ਉਹਨਾਂ ਨੂੰ ਆਈਡਲ ਮੰਨਦੀ ਹਾਂ। ਅੱਛਾ, ਤੁਸੀਂ ਕਿਹਾ ਸੀ ਕਿ ਇਸ ਵਾਰ ਮੈਂ ਵਿਚਰ ਕੇ ਦੇਖਣਾ ਚਾਹੁੰਦੀ ਆ, ਤਾਂ ਫਿਰ ਜਿੰਨਾ ਕੁ ਹੁਣ ਤੱਕ ਵਿਚਰੇ ਹੋ ਤਜਰਬਾ ਵਧੀਆ ਰਿਹਾ, ਤੇ ਲੱਗਦਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਹੈ ਨਾ 2027 ਦੇ ਵਿੱਚ ਸੈਸ਼ਨਦੀਪ ਕੌਰ ਹਲਕਾ ਮੌੜ ਤੋਂ ਚੋਣ ਲੜਨਗੇ? ਬਿਲਕੁਲ, ਬਹੁਤ ਵਧੀਆ ਲੱਗਿਆ ਹੈਗਾ, ਔਰ ਜੇ ਲੋਕਾਂ ਨੇ ਮੌਕਾ ਦਿੱਤਾ ਤਾਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਪਹੁੰਚਾਂਗੇ। ਅੱਛਾ, ਇਸ ਵਾਰ ਤੁਸੀਂ ਐਲੀਜੀਬਲ ਤਾਂ ਹੈਗੇ ਹੋ ਚੋਣ ਲੜਨ ਦੇ, ਹੈ ਨਾ? ਉਮਰ ਤੁਹਾਡੀ ਹੈਗੀ ਆ, ਤੇ ਪਾਰਟੀਆਂ ਵੱਲੋਂ ਆਫਰ ਉਫਰ ਆਏ? ਨਹੀਂ, ਇਸ ਵਾਰ ਮੈਨੂੰ ਕੋਈ ਆਫਰ ਨਹੀਂ ਆਇਆ। ਅੱਛਾ, ਅਸੀਂ ਯੂਥ ਨਾਲ ਗੱਲ ਕਰਦੇ ਹਾਂ ਜਿਹੜੇ ਐਕਟਿਵ ਹੁੰਦੇ ਨੇ ਈਵਨ, ਖੈਰ ਤੁਸੀਂ ਤਾਂ ਅਹੁਦੇ ਤੇ ਹੋ, ਹੈ ਨਾ? ਤੁਸੀਂ ਕੰਮ ਵੀ ਕੀਤਾ, ਤੁਸੀਂ ਪੰਜਾਬ ਦੇ ਵਿੱਚ ਤੁਹਾਡਾ ਇੱਕ ਨਾਮ ਆ, ਤੇ ਬਹੁਤ ਸਾਰੇ ਜਿਹੜੇ ਹੋਰ ਨੇ ਯੂਥ ਨਾ ਜਿਨ੍ਹਾਂ ਨੇ ਥੋੜਾ ਬਹੁਤ ਕੰਮ ਕੀਤਾ ਹੁੰਦਾ, ਉਹ ਕਹਿੰਦੇ ਨੇ ਬਹੁਤ ਸਾਰਿਆਂ ਨੂੰ ਪਾਰਟੀਆਂ, ਖਾਸ ਕਰ ਜਿਹੜੀਆਂ ਨਵੀਆਂ ਆਈਆਂ ਨੇ, ਹੁਣ ਚ ਆਈਆਂ ਨੇ, ਜਾਂ ਜਿਹੜੀਆਂ ਪੰਜਾਬ 'ਚ ਨਵੀਆਂ ਆਈਆਂ ਨੇ, ਤੇ ਉਹ ਤਾਂ ਬਹੁਤ ਅਗਰੈਸਿਵਲੀ ਉਹਨਾਂ ਨੂੰ ਅਪਰੋਚ ਕਰ ਰਹੀਆਂ ਨੇ। ਅੱਛਾ, ਹੋ ਸਕਦਾ ਹੈ, ਕਿਉਂਕਿ ਪਾਰਟੀਆਂ ਹੈ ਜੋ ਯੂਥ ਨੂੰ ਅਪਰੋਚ ਕਰਦੀਆਂ, ਉਹਨਾਂ ਦਾ ਫਾਇਦਾ ਵੀ ਲੈਣਾ ਚਾਹੁੰਦੀਆਂ ਨੇ ਔਰ ਵੋਟਸ ਵੇਲੇ ਕਰਦੀਆਂ ਨੇ, ਪਰ ਮੈਨੂੰ ਹਲੇ ਤੱਕ ਕਿਸੇ ਨੇ ਅਪਰੋਚ ਨਹੀਂ ਕੀਤਾ ਹੈਗਾ। ਸੋ ਬਾਕੀ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕੀ ਹੁੰਦਾ। ਆਉਣ ਵਾਲੇ ਸਮੇਂ 'ਚ ਕਿਹੜੀ ਪਾਰਟੀ 'ਚ ਜਾ ਸਕਦੇ ਨੇ ਜੋ ਸਾਰੀਆਂ ਅਪਰੋਚ ਕਰਦੀਆਂ ਨੇ? ਚਲੋ, ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ, ਕਿਉਂਕਿ ਹਲੇ ਬਹੁਤ ਸਮਾਂ, ਹਲੇ ਤਾਂ ਅਸੀਂ ਮਿਹਨਤ ਕਰਨੀ ਹੈ, ਸ਼ੁਰੂਆਤ ਕੀਤੀ ਹੈ, ਤੇ ਬਾਕੀ ਜਦੋਂ ਟਾਈਮ ਆਏਗਾ ਉਦੋਂ ਪਤਾ ਲੱਗ ਜਾਏਗਾ। ਸ਼ੁਕਰੀਆ, ਧੰਨਵਾਦ। ਇਹ ਸਨ ਸਰਪੰਚ ਸੈਸ਼ਨਦੀਪ ਕੌਰ, ਪਿੰਡ ਮਾਣਖਾਨਾ ਦੇ ਸਰਪੰਚ ਨੇ, ਤੇ ਹੁਣ ਲੱਖੇ ਸਿਧਾਣੇ ਲਈ ਚੋਣ ਪ੍ਰਚਾਰ ਕਰ ਰਹੇ ਨੇ, ਜਿਨ੍ਹਾਂ ਦਾ ਕਹਿਣਾ ਕੋਈ ਇਸ ਵਾਰ ਵਿਚਰ ਕੇ ਦੇਖ ਰਹੇ ਨੇ ਸਿਸਟਮ ਨੂੰ ਕਿ ਚੋਣ ਕਿਸ ਤਰ੍ਹਾਂ ਦੀ ਹੁੰਦੀ ਆ, ਤਜਰਬਾ ਲੈ ਰਹੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹਨਾਂ ਨੂੰ ਮੌਕਾ ਮਿਲਿਆ ਉਹ ਇੱਕ ਪਿੰਡ ਤੋਂ ਉੱਠ ਕੇ ਹਲਕੇ ਦੇ ਵਿੱਚ ਪੂਰੇ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਨੇ। ਆਪਣੇ ਸਹਿਯੋਗੀ ਕਰਨ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।